ਅਡਾਨੀ ਤੇ ਅੰਬਾਨੀ ਵਰਗੇ ਜਿਹੜੇ ਇੱਕ ਦੋ ਘਰਾਣੇ ਨੇ ਜਿਨ੍ਹਾਂ ਦੇ ਹੱਥ ਸਾਡੇ ਮੁਲਕ ਦੀ ਕਮਾਂਡ ਦਿੱਤੀ ਹੋਈ ਆ। ਕਿਉਂਕਿ ਜਦੋਂ ਇੱਕ ਮੋਹਤਬਾਰ ਨੂੰ ਸਾਰਾ ਦੇ ਦਿੱਤਾ ਹੋਵੇ ਤੇ ਜੇ ਉਹ ਡੁੱਬਦਾ ਤੇ ਸਾਰਾ ਘਰ ਹੀ ਨਾਲ ਡੁੱਬਦਾ। ਤੁਸੀਂ ਦੇਖਿਆ ਟ੍ਰੇਨਾਂ ਤੇ ਵੀ ਅਡਾਨੀ, ਏਅਰਪੋਰਟਸ ਦੇ ਬਾਹਰ ਵੀ ਅਡਾਨੀ, ਕੋਲੇ ਦੀਆਂ ਖਾਨਾਂ ਤੇ ਵੀ ਅਡਾਨੀ। ਮੇਰੇ ਖਿਆਲ ਜਿਹੜੀ ਰੋਟੀ ਮੋਦੀ ਸਾਹਿਬ ਖਾਂਦੇ ਹੋਣੇ ਆ ਉਹ ਵੀ ਭਾਂਡੇ ਅਡਾਨੀ ਦੇ ਘਰੋਂ ਆਉਂਦੇ ਹੋਣੇ ਆ। ਕਹਾਂ ਜੀ ਇਨਸਾਫ ਨਹੀਂ ਮਿਲ ਰਿਹਾ ਜਾਂ ਫਿਰ ਠੀਕ ਹੈ ਐਮਐਲਏ ਸਾਹਿਬ ਵੀ ਛੱਡ ਦਿਓ, ਜਾ ਕੇ ਠੋਕ ਕੇ ਫਿਰ ਆਪਣੀ ਸਰਕਾਰ ਦੇ ਅਗੇਂਸਟ ਖੜੇ ਹੋ। 2 ਵਾਰ ਇਹਨਾਂ ਨੇ ਉੱਥੇ ਜ਼ਰੂਰ ਟਾਈਮ ਮੰਗਿਆ ਸੈਸ਼ਨ ਦੇ ਵਿੱਚ ਉਹਦੇ ਤੇ ਬਹਿਸ ਲਈ, ਉਹ ਵੀ ਉਹਨਾਂ ਨੇ ਟਾਈਮ ਨਹੀਂ ਦਿੱਤਾ। ਫਿਰ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਫਿਰ ਭਗਵੰਤ ਮਾਨ ਦੇ ਬਾਹਰ ਘਰ ਦੇ ਸਟੈਂਡ ਲੈਣਾ ਚਾਹੀਦਾ। ਸਰਕਾਰ ਮੁਰਦਾਬਾਦ, ਸਰਕਾਰ ਮੁਰਦਾਬਾਦ। ਪੰਜਾਬ ਭਰ 'ਚ ਕਾਂਗਰਸ ਦੇ ਵੱਲੋਂ ਅੱਜ LIC ਦਫ਼ਤਰਾਂ ਦੇ ਬਾਹਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਮੰਨਣਾ ਹੈ ਕਿ LIC ਅਤੇ SBI ਨੇ ਜੋ ਅਡਾਨੀ ਗਰੁੱਪ ਦੇ ਸ਼ੇਅਰ ਖਰੀਦੇ ਨੇ ਉਹ ਹੁਣ ਡੁੱਬਦੇ ਜਾ ਰਹੇ ਨੇ, ਜਿਸ ਦੇ ਨਾਲ ਦੇਸ਼ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋਣ ਵਾਲਾ ਹੈ। ਤਸਵੀਰਾਂ ਗੁਰਦਾਸਪੁਰ ਅਤੇ ਸੰਗਰੂਰ ਤੋਂ ਸਾਹਮਣੇ ਆਈਆਂ ਨੇ, ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦੇ ਕਈ ਵੱਡੇ ਲੀਡਰ ਅਤੇ ਆਗੂ ਪ੍ਰਦਰਸ਼ਨ ਕਰ ਰਹੇ ਨੇ। ਮੋਦੀ ਸਰਕਾਰ ਮੁਰਦਾਬਾਦ, ਚੋਰਾਂ ਦੀ ਸਰਕਾਰ ਹੈ, ਚੋਰਾਂ ਦੀ ਸਰਕਾਰ ਹੈ। ਪ੍ਰਦਰਸ਼ਨ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਭਾਜਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਡੋਬ ਰਹੀ ਹੈ ਅਤੇ ਅੰਬਾਨੀ ਅਡਾਨੀ ਦੇ ਅੱਗੇ ਦੇਸ਼ ਨੂੰ ਗਿਰਵੀ ਰੱਖਿਆ ਹੋਇਆ ਹੈ। ਦੇਖੋ ਅੱਜ ਧਰਨਾ ਸੈਂਟਰ ਸਰਕਾਰ ਦੇ ਖਿਲਾਫ ਹੈ। ਬੇਸਿਕਲੀ ਜਿਹੜੇ ਅਡਾਨੀ ਤੇ ਅੰਬਾਨੀ ਵਰਗੇ ਜਿਹੜੇ ਇੱਕ ਦੋ ਘਰਾਣੇ ਨੇ ਜਿਨ੍ਹਾਂ ਦੇ ਹੱਥ ਸਾਡੇ ਮੁਲਕ ਦੀ ਕਮਾਂਡ ਦਿੱਤੀ ਹੋਈ ਆ। ਕਿਉਂਕਿ ਜਦੋਂ ਇੱਕ ਮੋਹਤਬਾਰ ਨੂੰ ਸਾਰਾ ਦੇ ਦਿੱਤਾ ਹੋਵੇ ਤੇ ਜੇ ਉਹ ਡੁੱਬਦਾ ਤੇ ਸਾਰਾ ਘਰ ਹੀ ਨਾਲ ਡੁੱਬਦਾ। ਤੇ ਜੋ ਸਰਕਾਰ ਸੈਂਟਰ ਸਰਕਾਰ ਇਸ ਵਕਤ ਕਰ ਰਹੀ ਹੈ, ਜੋ ਉਹਨਾਂ ਦੀਆਂ ਪਾਲਿਸੀਜ਼ ਨੇ, ਇਹ ਪਹਿਲਾਂ ਵੀ ਇਸ ਅਲਾਰਮਿੰਗ ਸਿਚੁਏਸ਼ਨ ਆਉਂਦੀ ਰਹੀ ਆ। ਲੋਕਾਂ ਨੂੰ ਅਵੇਅਰ ਵੀ ਕਰਦੇ ਰਹੇ ਆ ਕਿ ਕਿਸੇ ਵੇਲੇ ਵੀ ਜਿਹੜਾ ਮੁਲਕ ਨੂੰ ਕੁਝ ਵੀ ਹੋ ਸਕਦਾ। ਤੇ ਅੱਜ ਅਡਾਨੀ ਗਰੁੱਪ ਜੇ ਡੁੱਬਦਾ, ਅਡਾਨੀ ਡੁੱਬਦਾ ਤੇ ਉਹਦੇ ਨਾਲ ਹਿੰਦੁਸਤਾਨ ਡੁੱਬਦਾ। ਕਿਉਂਕਿ LIC ਦੇ ਬਹੁਤ ਸ਼ੇਅਰ ਜਿਹੜੇ ਅਡਾਨੀ ਗਰੁੱਪ ਦੇ ਖਰੀਦੇ ਹੋਏ ਆ। ਸਟੇਟ ਬੈਂਕ ਆਫ ਇੰਡੀਆ, RBI ਨੇ, ਮਤਲਬ ਕਹਿਣ ਦਾ ਭਾਵ ਕਿ ਅੱਜ ਸਾਰਾ ਮੁਲਕ ਜਿਹੜਾ ਅਡਾਨੀ ਦੇ ਕਬਜ਼ੇ 'ਚ ਕੀਤਾ ਹੋਇਆ। ਤੁਸੀਂ ਦੇਖਿਆ ਟ੍ਰੇਨਾਂ ਤੇ ਵੀ ਅਡਾਨੀ, ਏਅਰਪੋਰਟਸ ਦੇ ਬਾਹਰ ਵੀ ਅਡਾਨੀ, ਕੋਲੇ ਦੀਆਂ ਖਾਨਾਂ ਤੇ ਵੀ ਅਡਾਨੀ। ਮੇਰੇ ਖਿਆਲ ਜਿਹੜੀ ਰੋਟੀ ਮੋਦੀ ਸਾਹਿਬ ਖਾਂਦੇ ਹੋਣੇ ਆ ਉਹ ਵੀ ਭਾਂਡੇ ਅਡਾਨੀ ਦੇ ਘਰੋਂ ਆਉਂਦੇ ਹੋਣੇ ਆ। ਜੋ ਹਾਲਾਤ ਸਾਡੇ ਮੁਲਕ ਦੇ ਹੋ ਗਏ ਆ, ਜੇ ਸਰਕਾਰ ਹਰ ਚੀਜ਼ ਪ੍ਰਾਈਵੇਟ ਬੰਦੇ ਦੇ ਹੱਥ 'ਚ ਦਿੰਦੀ ਆ ਤੇ ਫਿਰ ਮੈਨੂੰ ਨਹੀਂ ਸਮਝ ਲੱਗਦੀ ਪਰ ਸਰਕਾਰ ਬਣਾਉਣ ਦੀ ਕੀ ਲੋੜ ਆ, ਪ੍ਰਾਈਮ ਮਿਨਿਸਟਰ ਬਣਾਉਣ ਦੀ ਕੀ ਲੋੜ ਆ। ਫਿਰ ਤੁਸੀਂ ਮਤਾ ਪਾ ਦਿਓ ਕਿ ਅਡਾਨੀ ਜਿਹੜਾ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਕਿਉਂਕਿ ਸਾਰਾ ਕੁਛ ਤੇ ਉਹ ਚਲਾ ਰਿਹਾ। ਅਸੀਂ ਠੇਕੇ ਤੇ ਦਿੱਤਾ ਹੋਇਆ ਆਪਣਾ ਮੁਲਕ ਇਹਨਾਂ ਲੋਕਾਂ ਨੂੰ। ਜੇ ਉਹ ਡੁੱਬਦਾ ਤੇ ਅਸੀਂ ਵੀ ਡੁੱਬਦੇ ਆ। ਜਿਹੜੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਜਿਹੜੀ ਆ ਉਹ LIC ਦੇ ਵਿੱਚ ਕਿਤੇ ਲਾਉਂਦੇ ਆ ਕਿ ਸਾਡੇ ਮਰਨ ਤੋਂ ਬਾਅਦ ਸਾਡੇ ਪਰਿਵਾਰ ਨੂੰ ਕੋਈ ਬੀਮਾ ਪਾਲਿਸੀ ਜਾਂ ਅਸੀਂ ਜੀਂਦੇ ਵਕਤ ਕੋਈ ਰੱਬ ਨਾ ਕਰੇ ਮਿਸ ਹੈਪਨਿੰਗ ਹੋ ਜੇ, ਸਾਨੂੰ ਉਹਦੇ ਇਵਜ ਦੇ ਵਿੱਚ ਸਾਡੀ ਪਾਲਿਸੀ ਹੋਈ ਹੋਏ, ਸਾਨੂੰ ਖਤਰਾ ਨਹੀਂ ਰਹਿੰਦਾ। ਤੇ ਅੱਜ ਖਤਰਾ ਇਹ ਹੋ ਗਿਆ ਕਿ ਜਿਹੜੀਆਂ ਇਹ ਪਾਲਿਸੀਜ਼ ਕਰਾਈਆਂ ਉਹੋ ਹੀ ਡੁੱਬ ਚੱਲਿਆ ਸਾਰਾ ਕੁਝ। ਜਿਹੜੀ ਬੇੜੀ 'ਚ ਸਵਾਰ ਹੋਏ ਆ ਉਹ ਬੇੜੀ ਡੁੱਬ ਚੱਲੀ ਆ। ਤੇ ਫਿਰ ਕਾਹਦੇ ਇਹ ਮਤਲਬ ਸਰਕਾਰਾਂ ਕਾਹਦੇ ਜੋਗੀਆਂ ਰਹਿ ਗਈਆਂ। ਸੋ ਅੱਜ ਬੇਸਿਕਲੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਧਰਨੇ ਦਿੱਤੇ ਗਏ ਆ ਕਿ ਜਿਹੜਾ ਅਡਾਨੀ ਤੇ ਅੰਬਾਨੀ ਵਰਗੇ ਬੰਦੇ ਜਿਹੜਾ ਦੇਸ਼ ਨੂੰ ਲੁੱਟ ਰਹੇ ਆ, ਸਰਕਾਰ ਲੁਟਾ ਰਹੀ ਆ। ਉਹ ਹਿੰਡਨਬਰਗ ਨੇ ਜੋ ਲੋਕਾਂ ਦੇ ਸਾਹਮਣੇ ਸੱਚਾਈ ਲਿਆਂਦੀ ਆ, ਜਿਸ ਕੰਪਨੀ ਨੇ, ਉਹ ਉਹਨਾਂ ਨੇ ਔਰ ਇਹਨਾਂ ਨੂੰ ਚੈਲੰਜ ਕੀਤਾ। ਸਭ ਤੋਂ ਵੱਡੀ ਗੱਲ ਹੈ, ਮੈਂ ਅੱਜ ਇੰਟਰਵਿਊ ਕਿਸੇ ਚੈਨਲ ਨੈਸ਼ਨਲ ਚੈਨਲ ਤੇ ਦੇਖ ਰਿਹਾ ਸੀ, ਕਿਉਂਕਿ ਤੇ ਗੋਦੀ ਮੀਡੀਆ ਉਹਨਾਂ ਨੇ ਇਸ ਚੀਜ਼ ਨੂੰ ਕਿਸੇ ਨਾ ਕਿਸੇ ਢੰਗ ਤੇ ਸਪੋਰਟ ਕਰਨੀ ਆ। ਤੇ ਉੱਥੇ ਇੱਕ ਮੁੰਡਾ ਕਹਿ ਰਿਹਾ ਸੀ, ਕਹਿੰਦੇ ਜੀ ਇਹ ਤੇ ਬਾਹਰ ਦੀ ਏਜੰਸੀ ਆ ਤੇ ਇਹਦਾ ਕੀ ਆ। ਤੁਸੀਂ ਜਿਸ ਤੱਥਾਂ ਦੇ ਨਾਲ ਹਿੰਡਨਬਰਗ ਕੰਪਨੀ ਨੇ ਇਹ ਤੱਥ ਪੇਸ਼ ਕੀਤੇ ਆ, ਜਿਹੜੇ ਸਵਾਲ ਅਡਾਨੀ ਵਾਸਤੇ ਛੱਡੇ ਆ, ਫਿਰ ਉਹਨੇ ਚੈਲੰਜ ਕੀਤਾ ਕਿ ਕੋਰਟ 'ਚ ਕੇਸ ਕਰ ਦਿਓ ਮੇਰੇ ਤੇ ਜੇ ਅਜੇ ਵੀ ਕਿਸੇ ਮੈਂ ਕਹੂੰਗਾ ਉਸ ਭਗਤ ਨੂੰ ਅਜੇ ਵੀ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜਾ ਸਾਡਾ ਮੁਲਕ ਆ ਉਹ ਡੁੱਬਦਾ ਜਾ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਅਲਾਰਮਿੰਗ ਸਾਡੇ ਵਾਸਤੇ ਸਿਚੁਏਸ਼ਨ ਹੈ ਔਰ ਜਲਦ ਹਿੰਦੁਸਤਾਨ ਦੇ ਲੋਕ ਜਾਗ ਜਾਣਗੇ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ, ਕਿਉਂਕਿ ਹਿੰਦੁਸਤਾਨ ਜਿਹੜਾ ਇਹ ਬੜਾ ਸਟਰੋਂਗ ਮੁਲਕ ਆ ਸਾਡਾ। ਸੋ ਇਸ ਕਰਕੇ ਜਾਗਣ ਦੀ ਲੋੜ ਆ ਤੇ ਇਹ ਲਾਮਬੰਦ ਲੋਕਾਂ ਨੂੰ ਇਸ ਕਰਕੇ ਕਰ ਰਹੇ ਆ ਕਿ ਜੇ ਜੋ ਸਾਡੇ ਮੁਲਕ ਨਾਲ ਹੋ ਰਿਹਾ ਸਰਕਾਰ ਸੈਂਟਰ ਕਰ ਰਹੀ ਆ ਉਹਨੂੰ ਰੋਕਣ ਦੀ ਬਹੁਤ ਲੋੜ ਆ। ਉਹਦੇ ਇਵਜ ਦੇ ਵਿੱਚ ਅੱਜ ਜਿਹੜੇ ਆ ਸਾਰੇ ਹੀ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਦਿੱਤੇ ਗਏ।
इस दौरान विधायक पाहड़ा ਦੇ ਵੱਲੋਂ ਕੁਬਰ ਵਿਜੇ ਪ੍ਰਤਾਪ ਨੂੰ ਨਸੀਹਤ ਵੀ ਦਿੱਤੀ ਗਈ ਕਿ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਧਰਨਾ ਲਗਾਉਣ। ਉਹਨੇ ਕਿਹਾ ਕਿ ਕੁਬਰ ਵਿਜੇ ਪ੍ਰਤਾਪ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਕੇ ਬਰਗਾੜੀ ਦਾ ਇਨਸਾਫ ਲੈਣ ਲਈ ਧਰਨਾ ਲਗਾਉਣਾ ਚਾਹੀਦਾ ਹੈ। ਮੈਂ ਕੁੰਵਰ ਵਿਜੇ ਪ੍ਰਤਾਪ ਜੀ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਹੋਰ 10 ਦਿਨਾਂ ਨੂੰ ਕਮੇਟੀਆਂ ਭੰਗ ਹੋਣੀਆਂ ਸੀ ਉਹਦਾ ਅਸਤੀਫਾ ਦੇ ਦਿੱਤਾ। ਨਾ ਵੀ ਦਿੰਦੇ ਵੈਸੇ ਵੀ ਭੰਗ ਹੋ ਜਾਣੀਆਂ ਸੀ ਹੋਰ 10 ਦਿਨਾਂ ਨੂੰ। ਮੈਂ ਵੀ ਕਮੇਟੀ ਦਾ ਮੈਂਬਰ ਹਾਂ, ਪੰਚਾਇਤ ਕਮੇਟੀ ਤੇ ਐਸਟੀਮੇਟ ਕਮੇਟੀ ਦਾ। ਚਲੋ ਫਿਰ ਵੀ ਉਹਨਾਂ ਨੇ ਉਹਦੇ ਤੋਂ ਅਸਤੀਫਾ ਦਿੱਤਾ ਔਰ ਜਾ ਕੇ ਇਨਸਾਫ ਮੋਰਚੇ 'ਚ ਪਹੁੰਚ। ਦੇਖੋ ਇਨਸਾਫ ਮਿਲਣਾ ਚਾਹੀਦਾ ਵਾ, ਚਾਹੇ ਉਹ ਕਿਸੇ ਧਰਮ ਦੀ ਵੀ ਗੱਲ ਹੋਵੇ, ਪਰ ਚੰਗਾ ਹੋਵੇ ਕਿ ਜੇ ਹੁਣ ਇਨਸਾਫ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ, ਪਰ ਚੰਗਾ ਹੋਵੇ ਜੇ ਭਗਵੰਤ ਮਾਨ ਦੇ ਘਰ ਦੇ ਬਾਹਰ ਬਹਿਣ। ਤੇ ਉਹ ਉਹਨਾਂ ਦੀ ਆਪ ਦੀ ਸਰਕਾਰ ਆ, ਹੁਣ ਇਹ ਕਿਸੇ ਹੋਰ ਦੀ ਸਰਕਾਰ ਨਹੀਂ। ਔਰ ਜਿਹਦੇ ਵਿੱਚ ਇਹ ਐਮਐਲਏ ਨੇ, ਔਰ ਐਮਐਲਏ ਹੁੰਦਿਆਂ ਹੋਇਆ ਜੇ ਫਿਰ ਜਾ ਕੇ ਆਪਾਂ ਬਰਗਾੜੀ ਜਾ ਕੇ ਕਹੀਏ ਕਿ ਇਨਸਾਫ ਨਹੀਂ ਮਿਲ ਰਿਹਾ, ਤੇ ਮੈਨੂੰ ਫਿਰ ਲੱਗਦਾ ਹੁਣ ਮੈਂ ਇਸ ਸਰਕਾਰ 'ਚੋਂ ਮੈਂ ਆਪਣੇ ਕਹਾਂ ਜੀ ਇਨਸਾਫ ਨਹੀਂ ਮਿਲ ਰਿਹਾ, ਜਾਂ ਫਿਰ ਠੀਕ ਹੈ ਐਮਐਲਏ ਸਿਪ ਵੀ ਛੱਡ ਦਿਓ, ਜਾ ਕੇ ਠੋਕ ਕੇ ਫਿਰ ਆਪਣੀ ਸਰਕਾਰ ਦੇ ਅਗੇਂਸਟ ਖੜੇ ਹੋਵੋ। 2 ਵਾਰ ਇਹਨਾਂ ਨੇ ਉੱਥੇ ਜ਼ਰੂਰ ਟਾਈਮ ਮੰਗਿਆ ਸੈਸ਼ਨ ਦੇ ਵਿੱਚ, ਉਹਦੇ ਤੇ ਬਹਿਸ ਲਈ, ਉਹ ਵੀ ਉਹਨਾਂ ਨੇ ਟਾਈਮ ਨਹੀਂ ਦਿੱਤਾ। ਫਿਰ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਫਿਰ ਭਗਵੰਤ ਮਾਨ ਦੇ ਬਾਹਰ ਘਰ ਦੇ ਸਟੈਂਡ ਲੈਣਾ ਚਾਹੀਦਾ। ਬਰਗਾੜੀ ਮੋਰਚੇ ਨੂੰ ਕਹਿ ਕੇ ਇਹ ਸੱਤਾ ਵਿੱਚ ਆਏ ਸੀ ਕਿ ਬਰਗਾੜੀ ਮੋਰਚੇ ਨੂੰ ਸਾਥ ਦਿੱਤਾ ਜਾਵੇਗਾ, ਲੇਕਿਨ ਪੰਜਾਬ ਤੋਂ ਲੱਗਾ ਤਾਂ ਭੱਜੀ ਹੈ। ਤੇ ਭੱਜੀ ਹੈ ਕਿ ਭੱਜਣਾ ਕੀ ਆ? ਸਪੀਕਰ ਸਾਹਿਬ ਨੇ ਮੂੰਹ ਕਰਕੇ ਉਦਣ ਇੱਧਰ ਨੂੰ ਕਿਹਾ ਕਿ 1.5 ਮਹੀਨੇ ਦੇ ਵਿੱਚ ਸ਼ੁਕਰਾਨਾ ਸਮਾਗਮ ਕਹਾਂਗੇ। ਮੇਰੇ ਖਿਆਲ ਕਿੰਨੇ 4 ਕਿ 5 ਮਹੀਨੇ ਹੋ ਚੱਲੇ ਆ। ਤੇ ਨਾਲ ਦੇ ਉਹਨਾਂ ਤੋਂ ਬਾਅਦ ਇਹਨਾਂ ਨੇ ਆਪਣੇ ਕੀ ਨਾਂ ਇਹੋ ਹੀ ਜਿਹੜੇ ਅਮਰ ਕੁੰਵਰ ਵਿਜੇ ਪ੍ਰਤਾਪ, ਇਹਨਾਂ ਕਿਹਾ ਕਿ ਇਹ ਸਾਰਾ ਝੂਠ ਨੇ, ਕਿਤੇ ਹਿਸਾਬ ਨਹੀਂ ਜੇ ਮਿਲਣਾ। ਸੋ ਵਿਦਿਨ ਪਾਰਟੀ ਉਹਨਾਂ ਨੂੰ 2-2 ਬਿਆਨ ਇੱਕੋ ਮੌਕੇ ਤੇ ਆਉਂਦੇ ਆ, ਤੇ ਤੁਸੀਂ ਸੋਚ ਸਕਦੇ ਹੋ ਕਿੰਨੀ ਕੁ ਸੰਜੀਦਗੀ ਦੇ ਨਾਲ ਕੰਮ ਹੋ ਰਿਹਾ ਔਰ ਕਿਹੜੀ ਇਨਸਾਫ ਦੀ ਆਪਾਂ ਗੱਲ ਕਰਦੇ ਆ। ਇਨਸਾਫ ਇੱਦਾਂ ਨਹੀਂ ਮਿਲਣਾ। ਮੈਂ ਨਾ ਕਾਂਗਰਸ ਵੇਲੇ ਇਨਸਾਫ ਮਿਲਿਆ, ਨਾ ਅਕਾਲੀ ਦਲ ਵੇਲੇ ਮਿਲਿਆ, ਤੇ ਨਾ ਇੱਥੇ ਕੋਈ ਆਸ ਆ। ਇਨਸਾਫ ਮਿਲਣਾ ਵਾ ਜਦੋਂ ਇੱਕ ਤੇ ਲੀਡਰ ਆਪ ਦਾ ਮਨ ਸਾਫ਼ ਕਰਨ, ਕਿਉਂਕਿ ਰਾਜਨੀਤੀ ਇਹਨਾਂ ਮੁੱਦਿਆਂ ਤੇ ਨਹੀਂ ਕਰਨੀ ਚਾਹੀਦੀ। ਮੈਂ ਬੜਾ ਕਲੀਅਰ ਕੱਟ ਬੰਦਾ, ਰਾਜਨੀਤੀ ਆਪਣੇ ਕੰਮਾਂ ਦੇ, ਆਪਣੇ ਕੀਤੇ ਹੋਏ ਕਰਮ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਲੋਕਾਂ ਦੇ ਅਸਲ 'ਚ ਰਾਜਨੀਤਿਕ ਬੰਦੇ ਦਾ ਕੰਮ ਆ ਬੇਰੁਜ਼ਗਾਰੀ ਦੀ ਗੱਲ ਕਰਨੀ, ਮਹਿੰਗਾਈ ਦੀ ਗੱਲ ਕਰਨੀ, ਲੋਕਾਂ ਦੀ ਸੁਰੱਖਿਆ ਦੀ ਗੱਲ ਕਰਨੀ। ਤੇ ਅਸੀਂ ਲੀਡਰ ਤੇ ਹੁਣ ਪੈ ਗਏ ਆ ਕਿ ਰਾਜਨੀਤੀ ਰੋਟੀਆਂ ਸੇਕਣ ਤੇ ਇਹਨਾਂ ਧਰਮ ਦੇ ਉੱਤੇ ਰਾਜਨੀਤੀ ਕਰਨ ਲੱਗ ਗਏ ਆ। ਸੋ ਜਿੰਨਾ ਚਿਰ ਸਾਡੇ ਸਾਰੇ ਪਾਰਟੀਆਂ ਦੇ ਲੀਡਰ ਇਹਨਾਂ ਚੀਜ਼ਾਂ ਨੂੰ ਪਿਛਾਂਹ ਸੁੱਟ ਕੇ ਆਪਣਾ ਦਿਲ ਸਾਫ਼ ਨਹੀਂ ਕਰਦੇ, ਲੋਕਾਂ ਦਾ ਕੋਈ ਭਲਾ ਨਹੀਂ ਹੋਣਾ। ਪਤਾ ਲੱਗਾ ਵੀ ਟਰਾਲੀ ਲੈ ਜਾਓ, ਬੰਦੇ ਟਰੈਕਟਰ ਵੀ ਲੈ ਜਾਓ ਆਪਣੇ, ਤੇ ਰੇਤ ਸਸਤੀ ਭਰ ਲਿਆਓ ਜਾ ਕੇ ਬਾਲਟਿਆਂ ਦੇ ਨਾਲ, ਤੇ 4 ਬੰਦੇ ਟਰਾਲੀ ਭਰਨ ਵਾਸਤੇ ਵੀ ਚਾਹੀਦੇ। 500 ਰੁਪਈਆ ਦਿਹਾੜੀ ਆ, 2000 ਉਹ ਵੀ ਵਿੱਚ ਐਡ ਕਰ ਲਿਓ, ਤੇ ਫਿਰ ਰੇਟ ਮੈਨੂੰ ਦੱਸ ਦਿਓ ਕਿਹੜੇ ਭਾਅ ਪੈਂਦੀ ਹੈ। ਗੱਲਾਂ ਵੇਖੋ ਅਥਰੂ ਭੁਜਾਉਣ ਵਾਲੀਆਂ ਗੱਲਾਂ, ਇਹ ਤੇ ਤੁਹਾਨੂੰ ਹੀ ਪਤਾ ਲੱਗ ਜਾਣਾ। ਤੁਸੀਂ ਲੈ ਆਓ ਟਰਾਲੀ ਭਰ ਕੇ, ਨਾਲੇ ਮੈਨੂੰ ਦੱਸ ਦਿਓ ਕਿਹੜੇ ਭਾਅ ਨੂੰ ਮਿਲਦੀ ਹੈ। ਇਹ ਕੀ ਗੱਲਾਂ? ਕੋਈ ਅਜੇ ਤੱਕ ਮੈਨੂੰ ਪਤਾ ਦੱਸੋ ਕਿ ਕਿਹੜਾ ਕੰਮ ਅਜੇ ਤੱਕ ਜਿਹੜਾ ਇਹਨਾਂ ਦਾ ਸਿਰੇ ਚੜਿਆ? ਕੋਈ ਰਜਿਸਟਰੀਆਂ ਬੰਦ ਹੋਈਆਂ ਪਈਆਂ, ਕੋਈ ਇਹਨਾਂ ਦੀ ਪਾਲਿਸੀ ਨਾ ਮਾਈਨਿੰਗ ਪਾਲਿਸੀ ਚੱਜ ਦੀ ਆਉਣ ਡਈ ਆ, ਨਾ ਇਹਨਾਂ ਦੇ ਪਲਾਟਿੰਗ ਦੀ ਪਾਲਿਸੀ ਆ ਰਹੀ। ਪੰਜਾਬ ਤੇ ਸਾਰਾ ਬੈਠਾ ਘਰ ਵਿਚਾਰਾ ਮੇਰੇ ਰੋਟੀ ਖਾਣ ਤੋਂ ਆਤਰ ਹੋਏ ਪਏ ਲੋਕ। ਔਰ ਪਹਿਲੀ ਵਾਰ ਹੋਇਆ ਕਿ ਮਜ਼ਦੂਰ ਵਿਚਾਰੇ ਜਿਹੜੇ ਦਿਹਾੜੀਦਾਰ ਆ ਉਹ ਵੀ ਧਰਨਾ ਲਾਉਂਦੇ ਨੇ। ਤੇ ਕਿੰਨਾ ਕਿ ਤੁਸੀਂ ਆਸ ਰੱਖਦੇ ਰੰਗਲੇ ਪੰਜਾਬ ਦੀ? ਰੰਗਲਾ ਪੰਜਾਬ ਨਹੀਂ, ਇਹ ਤੇ ਹੁਣ ਪ੍ਰਮਾਤਮਾ ਹੀ ਬਣਾਵੇ ਰੰਗਲਾ ਪੰਜਾਬ। ਇਹਨਾਂ ਦੇ ਕੋਈ ਆਸ ਨਹੀਂ ਇਹ ਸਰਕਾਰ ਤੋਂ। ਦੱਸਦੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਦੇਸ਼ ਨੂੰ ਅਬਾਨੀ ਅਡਾਨੀ ਦੇ ਅੱਗੇ ਗਿਰਵੀ ਨਾ ਰੱਖਿਆ ਜਾਵੇ, ਕਿਉਂਕਿ ਲੋਕਾਂ ਦਾ ਇਸ ਦੇ ਨਾਲ ਵੱਡਾ ਨੁਕਸਾਨ ਹੋਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।